नमस्कार, खबरां दे इस बुलेटिन विच तुहाडा स्वागत है। मैं रचना सेवक। पहला पेश ने चोणवीआं खबरां। केंद्री सेहत मंत्रालय दीआं हिदायतां ते कोविड प्रबंधां दे मुलांकन लई अज होवेगी समुचे देश दे हस्पतालां विच मॉक ड्रिल। केंद्री सेहत मंत्री वल्लों इंडियन मैडिकल एसोसीएशन दे मैंबरां नाल वर्चुअल मीटिंग। प्रधानमंत्री ने कहा है कि सिख गुरुआं दी रवायत एक भारत श्रेष्ठ भारत दे विचार नूं दिंदी है प्रेरणा। पंजाब दे ट्रांसपोर्ट विभाग ने रेता बजरी दी ढोआ ढुआई लई दरां कीतियां तय। पंजाब सने पूरे उत्तरी भारत विच हड्ड चीरवी सीत लहर दा प्रकोप जारी। ते हुण खबरां विस्तार नाल। केंद्री सेहत ਅਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਹਿਦਾਇਤਾਂ ਤੇ ਕੋਵਿਡ-19 ਪ੍ਰਬੰਧਾਂ ਦੇ ਮੁਲਾਂਕਣ ਲਈ ਅੱਜ ਸਮੁੱਚੇ ਦੇਸ਼ ਵਿੱਚ ਮੌਕ ਡਰਿਲ ਕਰਵਾਈ ਜਾ ਰਹੀ ਹੈ। ਇਸ ਦੌਰਾਨ ਕੋਵਿਡ ਸਮਰਪਿਤ ਸਹੂਲਤਾਂ ਸਣੇ ਵੱਖ-ਵੱਖ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਕੋਵਿਡ-19 ਦੇ ਖਤਰੇ ਨਾਲ ਨਜਿੱਠਣ ਲਈ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲਿਆ ਜਾਵੇਗਾ। ਡਰਿਲ ਦੌਰਾਨ ਇਹ ਵੀ ਜਾਂਚਿਆ ਜਾਵੇਗਾ ਕਿ ਜ਼ਿਲ੍ਹਾ ਪੱਧਰ ਤੇ ਕੋਵਿਡ ਨਾਲ ਨਜਿੱਠਣ ਲਈ ਕਿੰਨੀਆਂ ਸਿਹਤ ਸਹੂਲਤਾਂ ਮੌਜੂਦ ਨੇ ਅਤੇ ਕੀ ਪ੍ਰਬੰਧ ਕੀਤੇ ਗਏ ਨੇ। ਕੌਮਾਂਤਰੀ ਪੱਧਰ ਤੇ ਕੋਵਿਡ-19 ਦੇ ਕੇਸਾਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਹਤਿਆਤੀ ਤੌਰ ਤੇ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਵਿਡ ਸੰਬੰਧੀ ਉੱਚ ਪੱਧਰੀ ਸਮੀਖਿਆ ਮੀਟਿੰਗ ਤੋਂ ਬਾਅਦ ਸਿਹਤ ਮੰਤਰਾਲੇ ਨੇ ਰਾਸ਼ਟਰ ਵਿਆਪੀ ਮੌਕ ਡਰਿਲ ਕਰਵਾਉਣ ਸੰਬੰਧੀ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ। ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਵੀ ਇਸ ਮੌਕੇ ਮੌਕ ਡਰਿਲ ਵਿੱਚ ਭਾਗ ਲੈਣਗੇ ਅਤੇ ਉਹ ਨਵੀਂ ਦਿੱਲੀ ਦੇ ਸਫਦਰਜੰਗ ਹਸਪਤਾਲ ਦਾ ਦੌਰਾ ਕਰਨਗੇ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਡਾਕਟਰਾਂ ਅਤੇ ਹੋਰ ਮੈਡੀਕਲ ਪੇਸ਼ੇਵਰਾਂ ਨੂੰ ਲੋਕਾਂ ਵਿੱਚ ਕੋਵਿਡ-19 ਸੰਬੰਧੀ ਸ਼ੰਕਿਆਂ ਨੂੰ ਦੂਰ ਕਰਨ ਲਈ ਕਿਹਾ ਹੈ। ਦੇਸ਼ ਭਰ ਦੇ 100 ਤੋਂ ਵੱਧ ਡਾਕਟਰਾਂ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਵਰਚੁਅਲੀ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਟੈਸਟ, ਟਰੈਕ, ਟ੍ਰੀਟ, ਵੈਕਸੀਨੇਟ ਅਤੇ ਕੋਵਿਡ ਸੰਬੰਧੀ ਢੁਕਵੇਂ ਵਿਵਹਾਰ ਦੀ ਪਾਲਣਾ ਤੇ ਜ਼ੋਰ ਦਿੱਤਾ। ਮਾਂਡਵੀਆ ਨੇ ਕਿਹਾ ਕਿ ਜ਼ਿਆਦਾ ਕਮਜ਼ੋਰ ਸਮੂਹਾਂ ਲਈ ਇਹਤਿਆਤੀ ਕੋਵਿਡ ਟੀਕੇ ਦਾ ਦਾਇਰਾ ਵਧਾਇਆ ਜਾਣਾ ਚਾਹੀਦਾ ਹੈ। ਸਿਹਤ ਮੰਤਰੀ ਨੇ ਕੋਰੋਨਾ ਮਹਾਮਾਰੀ ਖਿਲਾਫ ਇਸ ਜੰਗ ਵਿੱਚ ਮੈਡੀਕਲ ਪੇਸ਼ੇਵਰਾਂ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ ਤੇ ਭਰੋਸਾ ਜਤਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਹੋਏ ਪਹਿਲੇ ਵੀਰ ਬਾਲ ਦਿਵਸ ਤੇ ਇਤਿਹਾਸਿਕ ਸਮਾਗਮ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਾਲ 9 ਜਨਵਰੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੀਰ ਬਾਲ ਦਿਵਸ ਭਾਰਤੀਆਂ ਨੂੰ ਦੁਨੀਆ ਵਿੱਚ ਆਪਣੀ ਪਛਾਣ ਤੇ ਮਾਣ ਕਰਨ ਦਾ ਇੱਕ ਮੌਕਾ ਦੇਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਿੱਖ ਗੁਰੂਆਂ ਦੀ ਰਵਾਇਤ ਇੱਕ ਭਾਰਤ ਸ਼੍ਰੇਸ਼ਠ ਭਾਰਤ ਦੇ ਵਿਚਾਰ ਨੂੰ ਪ੍ਰੇਰਣਾ ਦਿੰਦੀ ਹੈ। ਸ਼ਬਦ ਕੀਰਤਨ ਕਰਦੇ ਇਹ ਤਕਰੀਬਨ 300 ਸਕੂਲੀ ਬੱਚੇ। ਮੌਕਾ ਰਿਹਾ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਆਯੋਜਿਤ ਪਹਿਲੇ ਵੀਰ ਬਾਲ ਦਿਵਸ ਦੇ ਇਤਿਹਾਸਿਕ ਸਮਾਗਮ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਹੋਰ ਸ਼ਖਸੀਅਤਾਂ ਇਸ ਸਮਾਗਮ ਦੀਆਂ ਗਵਾਹ ਬਣੀਆਂ। ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲਾ ਵੱਲੋਂ ਇਸ ਸਮਾਗਮ ਦਾ ਆਯੋਜਨ ਦਸਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 2 ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਵਜੋਂ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਇਹ ਦੱਸਦੀ ਹੈ ਕਿ ਬਹਾਦਰੀ ਲਈ ਛੋਟੀ ਉਮਰ ਕੋਈ ਮਾਇਨੇ नहीं रखती। वीर बाल दिवस हमें याद दिलाएगा कि शौर्य की पराकाष्ठा के समय कम आयु मायने नहीं रखती। वीर बाल दिवस हमें याद दिलाएगा कि 10 गुरुओं का योगदान क्या है, देश के स्वाभिमान के लिए सिख परंपरा का बलिदान क्या है। वीर बाल दिवस हमें बताएगा कि भारत क्या है, भारत की पहचान क्या है। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ
ਕਿ ਬਦਕਿਸਮਤੀ ਨਾਲ ਸਾਨੂੰ ਅਜਿਹਾ ਇਤਿਹਾਸ ਪੜ੍ਹਾਇਆ ਗਿਆ ਜਿਸ ਨਾਲ ਸਾਡੇ ਵਿੱਚ ਕਮਜ਼ੋਰੀ ਦੀ ਭਾਵਨਾ ਪੈਦਾ ਕਰਨ ਵਾਲੇ ਨੈਰੇਟਿਵ ਸਨ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਪਿਛੋਕੜ ਦੇ ਸੰਕੁਚਿਤ ਨਜ਼ਰੀਏ ਤੋਂ ਆਜ਼ਾਦ ਹੋਣ ਦੀ ਅਪੀਲ ਕੀਤੀ। दुर्भाग्य से हमें इतिहास के नाम पर वो गढ़े हुए नैरेटिव बताए और पढ़ाए जाते रहे जिनसे हमारे भीतर हीन भावना पैदा हो। बावजूद इसके हमारे समाज ने, हमारी परंपराओं ने इन गौरव गाथाओं को जीवंत रखा। साथियों, अगर हमें भारत को भविष्य में सफलता के शिखरों तक ले जाना है तो हमें अतीत के संकुचित नजरियों से भी आजाद होना पड़ेगा। ਪ੍ਰਧਾਨ ਮੰਤਰੀ ਨੇ 3000 ਬੱਚਿਆਂ ਦੇ ਮਾਰਚ ਪਾਸਟ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਕੇਂਦਰ ਸਰਕਾਰ ਛੋਟੇ ਸਾਹਿਬਜ਼ਾਦਿਆਂ ਦੀ ਹਿੰਮਤ ਤੇ ਦਲੇਰੀ ਦੀ ਯਾਦ ਕਰਾਉਣ ਲਈ ਦੇਸ਼ ਭਰ ਵਿੱਚ ਕਈ ਸਮਾਗਮਾਂ ਦਾ ਆਯੋਜਨ ਕਰ ਰਹੀ ਹੈ। ਬਿਊਰੋ ਰਿਪੋਰਟ, ਦੂਰਦਰਸ਼ਨ ਸਮਾਚਾਰ। ਕੇਂਦਰੀ ਵਣਜ ਤੇ ਸਨਅਤ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੇ ਪਹਿਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਮ ਪ੍ਰਕਾਸ਼ ਨੇ ਕਿਹਾ ਕਿ ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਹੈ ਅਤੇ ਉਹ ਸਾਹਿਬਜ਼ਾਦਿਆਂ ਨੂੰ ਨਤਮਸਤਕ ਹੋਣ ਲਈ ਆਏ ਨੇ। ਅੱਜ ਦਾ ਦਿਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਹੈ, ਉਹਨਾਂ ਨੂੰ ਯਾਦ ਕਰਨ ਦਾ ਦਿਨ ਹੈ, ਉਹਨਾਂ ਨੂੰ ਨਤਮਸਤਕ ਹੋਣ ਦਾ ਦਿਨ ਹੈ। ਸਾਰਾ ਭਾਰਤ ਵਾਸੀ, ਸਾਰੀ ਦੁਨੀਆ ਹੋ ਰਹੀ ਹੈ। ਇਹਨੂੰ ਆਪਾਂ ਸਾਹਿਬਜ਼ਾਦਿਆਂ ਦਾ ਸ਼ਹਾਦਤ ਦਾ ਦਿਨ ਕਹਿ ਲਈਏ ਜਾਂ ਬਲੀਦਾਨ ਦਿਵਸ ਕਹਿ ਲਈਏ, ਕੋਈ ਵੀ ਨਾਂ ਲਈਏ, ਅੱਜ ਸ਼ਹਾਦਤ ਨੂੰ ਅਸੀਂ ਤਾਂ ਨਤਮਸਤਕ ਹੋਣ ਆਏ ਹਾਂ, ਆਪਣੀ ਸ਼ਰਧਾ ਭੇਟ ਕਰਨ ਆਏ ਹਾਂ। ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ ਵੀਰ ਬਾਲ ਦਿਵਸ ਤੇ ਕਿਸੇ ਤਰ੍ਹਾਂ ਦੀ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਇਸ ਸ਼ਹਾਦਤ ਨੂੰ ਦੁਨੀਆ ਭਰ ਵਿੱਚ ਪਹੁੰਚਾਇਆ ਹੈ। ਇਹ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ। ਮੈਨੂੰ ਇਹ ਲੱਗਦਾ ਹੈ ਕਿ ਦੇਸ਼ ਨੂੰ ਆਜ਼ਾਦ ਹੋਏ ਕਿੰਨੇ ਵਰੇ ਹੋ ਗਏ, ਅਗਰ ਇਸ ਸ਼ਹਾਦਤ ਨੂੰ ਕਿਸੇ ਨੇ ਸੱਚੇ ਮਨ ਦੇ ਨਾਲ ਨਮਨ ਕੀਤਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ। ਉਹਨਾਂ ਨੇ ਇਸ ਸ਼ਹਾਦਤ ਨੂੰ ਪੂਰੀ ਦੁਨੀਆ ਤੱਕ ਪਹੁੰਚਾਤਾ। ਪਰ ਕੀ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਹੋਏ ਪਹਿਲੇ ਵੀਰ ਬਾਲ ਦਿਵਸ ਸਮਾਗਮ ਦੌਰਾਨ ਮੌਜੂਦ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਭਾਰਤ ਸਰਕਾਰ ਵੱਲੋਂ ਇਹ ਦਿਵਸ ਕੌਮੀ ਪੱਧਰ ਤੇ ਮਨਾਏ ਜਾਣ ਦੀ ਸ਼ਲਾਘਾ ਕੀਤੀ। हमारे प्रधानमंत्री जी ने ये जो स्टेप उठाया है ये बहुत अच्छा स्टेप है और हम इसका स्वागत करते हैं। जो सिख जगत में एक बहुत अच्छा मैसेज जाएगा। और जो बाल दिवस है जो बाबा जोरावर सिंह, बाबा फतेह सिंह ने जो शहीदी दी है उसका लोगों को पता लगे, इंटरनेशनल जो लेवल वहां तक पता चलना चाहिए। हम उनका बहुत बहुत धन्यवाद करते हैं मोदी जी का कि जो उन्होंने इस चीज को मान दिया। आगे भी हम चाहेंगे कि मोदी जी कि आप हमारे सिख भाइयों के साथ खड़े हों, जहां मोर्चे पे खड़े होते हैं आप हमारे साथ खड़े होइए। हम लोग बहुत खुश हैं और प्रधान जी जो भी प्रधानमंत्री जी काम कर रहे हैं बहुत ही अच्छा काम कर रहे हैं। हम लोग तो कहते हैं प्रधान जी बने रहे, 2024 में भी यही प्रधानमंत्री आना चाहिए, हमारी अपनी फीलिंग है। ये हर साल होना चाहिए, ये हर साल होना चाहिए। हमें बहुत अच्छा लग रहा है इसका। हम इसीलिए आए हैं, स्पेशल उनको प्रोटेक्ट करने के लिए ही आए हैं कि हाँ उन्होंने बहुत अच्छा। ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਖਾਨਾ ਅਤੇ ਖਣਿਜ ਕਾਨੂੰਨ ਤਹਿਤ ਰੇਤ ਅਤੇ ਬਜਰੀ ਦੀ ਢੋਆ ਢੁਆਈ ਲਈ ਦਰਾਂ ਤੈਅ ਕੀਤੀਆਂ ਨੇ। ਵਿਭਾਗ ਵੱਲੋਂ ਚੰਡੀਗੜ੍ਹ ਤੋਂ ਜਾਰੀ ਬਿਆਨ ਮੁਤਾਬਕ ਮਿੱਟੀ, ਰੇਤ, ਬਜਰੀ ਅਤੇ ਇਮਾਰਤੀ ਮਲਬੇ ਤੋਂ ਇਲਾਵਾ ਹੋਰ ਅਜਿਹੀ ਸਮੱਗਰੀ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਰੱਖ ਕੇ ਨਵੀਆਂ ਦਰਾਂ ਤੈਅ ਕੀਤੀਆਂ ਗਈਆਂ ਨੇ। ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਢੋਆ ਢੁਆਈ ਦੀਆਂ ਦਰਾਂ ਤੈਅ ਕਰਨ ਨਾਲ ਟਰਾਂਸਪੋਰਟ ਵੱਲੋਂ ਮਨਮਰਜ਼ੀ ਦੀ ਕੀਮਤ ਵਸੂਲਣ ਦੇ ਰੁਝਾਨ ਨੂੰ ਠੱਲ ਪਵੇਗੀ ਅਤੇ ਆਮ ਲੋਕਾਂ ਦਾ ਪੈਸਾ ਬਚੇਗਾ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਨੇ ਪਟਿਆਲਾ ਤਹਿਸੀਲ ਦੇ ਮਾਲ ਰਿਕਾਰਡ ਰੂਮ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਇਸ ਦੀ ਸਾਂਭ ਸੰਭਾਲ ਸੰਬੰਧੀ ਜ਼ਰੂਰੀ ਹਿਦਾਇਤਾਂ ਦਿੱਤੀਆਂ।
उन्होंने कहा कि पुराने माल रिकॉर्ड ਨੂੰ डिजिटाइज ਕਰਨ ਲਈ योजना तैयार की जाए ਤਾਂ जो ये रिकॉर्ड पूरी तरह सुरक्षित हो सके। उन्होंने सुझाव दिता कि अजिहा रिकॉर्ड लोगों को दिखाने ਲਈ म्यूजियम भी बनाया जा सकता है ਤਾਂ जो लोग पुराने रिकॉर्ड ਨੂੰ देख सकन कि किवें कंप्यूटरीकरण तो पहला इस ਨੂੰ संभालिया जाता सी। भारत सरकार के सूचना ते प्रसारण मंत्रालय तहत केंद्रीय संचार ब्यूरो के जलंधर यूनिट ने फतेहगढ़ साहब विखे वीरता और विकास की गाथा ना हेठ प्रदर्शनी का आयोजन किया। इस प्रदर्शनी के दूजे दिन साबका फौजियां अते वीर नारियां का सन्मान किया गया। साबका मेजर MS सोहल अते वीर नारी गुरदयाल कौर इस प्रदर्शनी के मुख मेहमान रहे। साबका ऑनरेरी कैप्टन शेर सिंह समेत होरना बुलारियां ने इस प्रदर्शनी की शलाघा की। खेतरी प्रचार अधिकारी राजेश बाली ने कहा कि साबका फौजियां अते वीर नारियां का सन्मान करना एक माण वाली गल है। उन्हां सहयोग लई जिला सैनिक भलाई दफ्तर का धन्नवाद किया। इस दौरान सूचना ते प्रसारण मंत्रालय के केंद्रीय संचार ब्यूरो की अमृतसर यूनिट वालों आज़ादी का अमृत महोत्सव तहत तरनतारन की दाणा मंडी विखे वीरता ते विकास की गाथा थीम ते लगाई गई 4 दिना फोटो प्रदर्शनी खत्म हुई। इस प्रदर्शनी नूं वड्डी गिणती विच लोकां ने वेख्या अते सन 1971 की भारत पाकिस्तान जंग बारे जानकारी हासिल की। लोकां ने कहा कि अजिहे समागम समाज विच देश प्रेम की भावना मुड़ सुरजीत करन विच मदद करते हैं। इस मौके साबका फौजी बलदेव सिंह अते सरमैल सिंह नूं सन्मानित भी किया गया। कलाकारां ने शानदार सभ्याचारक पेशकारियां राहीं खूब समा बन्निया। पंजाब स्टेट गवर्नमेंट एडिड टीचर्स एंड अदर इंप्लॉइज यूनियन ते पंजाब एडिड स्कूल पेंशनर्स एसोसीएशन के सद्दे ते सूबे विच वड्डी गिणती विच अध्यापकां ते पेंशनरां ने अजीतगढ़ विखे DPI सीनियर सैकेंडरी के दफ्तर सामने रोस धरना दिता। इस मौके यूनियन के सूबा प्रधान NN सैनी अते पेंशनर्स एसोसीएशन के सूबा प्रधान गुरचरण सिंह चाहल ने कहा कि एडिड स्कूलों के अध्यापकों ते पेंशनरां नूं हाले तक 6वें तनख्वाह कमीशन का लाभ नहीं दिता गया। उन्होंने दोष लाया कि सरकार स्कूलों के अध्यापकों ते पेंशनरां नाल मतरई मां वाला सलूक कर रही है। इन्हां आगुआं ने कहा कि जेकर मंगां ना मन्नियां गईयां तां 7 जनवरी नूं संगरूर विखे सूबा पद्धरी रोस मुजाहिरा किया जाएगा। अमृतसर पुलिस ने बीते दिन एक व्यक्ति नूं 4 लाख तो वध नशीलियां गोलियां सणे गिरफ्तार किया। अमृतसर के पुलिस कमिश्नर जसकरण सिंह ने दस्सिया कि इस तो पहला नशीलियां गोलियां के मामले विच 2 मुलजमां नूं गिरफ्तार किया गया सी, जिन्हां वल्लों दित्ती गई जानकारी के आधार पर उत्तराखंड के उस्मान राजपूत नूं दबोचिया गया। पुलिस मुताबक यह व्यक्ति देहरादून का रहने वाला है, जिथे यह एक गैर कानूनी ड्रग फैक्ट्री चला रहा सी। पुलिस मुताबक इसकी ड्रग फैक्ट्री का लाइसेंस अक्तूबर विच खत्म हो गया सी। पुलिस वालों मामला दर्ज करके अगलेरी जांच की जा रही है। पंजाब के विजिलेंस ब्यूरो ने लुधियाना विखे तैनात पनग्रेन के एक इंस्पैक्टर नूं कथित तौर पर 1.5 लाख रुपए की रिश्वत लैण के दोष हेठ गिरफ्तार किया है। ब्यूरो वालों जारी बयान मुताबक एक चौल मिल मालक की शिकायत ते इंस्पैक्टर कुनाल गुप्ता नूं गिरफ्तार किया गया है। शिकायतकर्ता वालों सूबे की भ्रष्टाचार विरोधी हैल्पलाइन राहीं शिकायत दर्ज करवाई गई सी, जिस मुताबक दोषी ने पिछले सीजन दौरान झोना अलॉट करन दे बदले शिकायतकर्ता कोलों 1.5 लाख रुपए 2 किश्तां विच रिश्वत के तौर पर लए सन। विजिलेंस ब्यूरो के थाणा लुधियाना वालों मामला दर्ज करके अगलेरी जांच की जा रही है। पंजाब सने पूरे उत्तरी भारत विच कड़ाके दी ठंड पै रही है। मौसम विभाग वालों दित्ती गई जानकारी मुताबक पंजाब के ज्यादातर हिस्सों में अज संघनी धुंध पई, जिस नाल सड़की अते रेल आवाजाही प्रभावित हुई। मौसम विभाग मुताबक इस सीत लहर संबंधी ऑरेंज अलर्ट जारी किया गया है। बीते दिन पंजाब विच कई थाई हल्की धुप निकलण मगरों शाम तो ही धुंध पैनी शुरू हो गई सी। इस नाल कामकार ते आउण जाण वाले लोकां नूं मुश्किलां दा सामना करना पै रिहा है। मौसम विभाग मुताबक पंजाब, हरियाणा, उत्तर प्रदेश अते दिल्ली सने उत्तर भारत के कई हिस्सों में यह स्थिति अगले 2 दिनों तक बनी रह सकती है। ते इस दे नाल ही खबरां दा बुलेटिन खत्म हुंदा है। इजाजत दिओ, नमस्कार।